ਮੇਰਾ ਵਿਆਹ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਹੋਇਆ ਸੀ, ਜਿੱਥੇ ਮੇਰੇ ਪਤੀ ਤੋਂ ਇਲਾਵਾ ਮੇਰੀ ਸੱਸ, ਸਹੁਰਾ, ਜੇਠ ਜਠਾਣੀ ਤੇ ਮੇਰੀ ਜਠਾਣੀ ਦੀ ਇੱਕ ਜਵਾਨ ਕੁੜੀ ਸੀ। ਮੇਰੇ ਸਹੁਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਮੈਂ ਬਹੁਤ ਖੁਸ਼ ਸੀ। ਮੇਰਾ ਪਤੀ ਨੌਕਰੀ ਕਰਕੇ ਬਾਹਰ ਰਹਿੰਦੇ ਸਨ। ਰੋਜ਼ ਰਾਤ ਨੂੰ ਮੇਰਾ ਸਹੁਰਾ ਮੇਰੀ ਕਮਰ ਦੀ ਮਾਲਿਸ਼ ਕਰਦੇ ਸਨ, ਜਿਸ ਤੋਂ ਬਾਅਦ ਮੈਂ ਬਹੁਤ ਆਰਾਮ ਮਹਿਸੂਸ ਕਰਦੀ ਸੀ ਅਤੇ ਆਰਾਮ ਦੀ ਨੀਂਦ ਆਉਂਦੀ ਸੀ। ਪਰ ਸਵੇਰੇ ਮੇਰਾ ਸਾਰਾ ਸਰੀਰ ਸੁੱਜਿਆ ਹੋਇਆ ਹੁੰਦਾ ਸੀ ਅਤੇ ਮੇਰੇ ਸਾਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਹੁੰਦੇ ਸਨ। ਆਖਰਕਾਰ ਇਹ ਨਿਸ਼ਾਨ ਕਿਹੋ ਜਿਹੇ ਸਨ ਤੇ ਕਿੱਥੋਂ ਆਉਂਦੇ ਸਨ? ਮੈਨੂੰ ਆਪਣੇ ਸਹੁਰੇ ਤੇ ਸ਼ੱਕ ਹੋਇਆ ਤਾਂ ਅਗਲੀ ਰਾਤ ਮੈਂ ਉਹ ਟਿਊਬ ਬਦਲ ਦਿੱਤੀ। ਮੂਵ ਦੀ ਥਾਂ ਮੈਂ ਇੱਕ ਹੋਰ ਟਿਊਬ ਰੱਖ ਦਿੱਤੀ ਅਤੇ ਸੌਣ ਦਾ ਨਾਟਕ ਕਰਨ ਲੱਗੀ। ਅਜੇ 15 ਮਿੰਟ ਹੀ ਗੁਜ਼ਰੇ ਸਨ ਕਿ ਮੇਰੇ ਸਹੁਰੇ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਮੈਨੂੰ ਗੁੱਸਾ ਆ ਗਿਆ। ਮੇਰਾ ਨਾਂ ਦੀਪਤੀ ਹੈ। ਮੇਰੀ ਪੜ੍ਹਾਈ ਪੂਰੀ ਹੁੰਦੇ ਹੀ ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। ਮੇਰੇ ਪਿਤਾ ਜੀ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਮੁੰਡੇ ਨਾਲ ਕਰਵਾ ਦਿੱਤਾ ਸੀ। ਮੇਰੇ ਸਹੁਰਾ ਮੇਰੇ ਪਿਤਾ ਜੀ ਦੇ ਬਹੁਤ ਚੰਗੇ ਦੋਸਤ ਸਨ। ਉਹਨਾਂ ਦੀ ਦੋਸਤੀ ਬਚਪਨ ਤੋਂ ਹੀ ਸੀ। ਮੈਂ ਆਪਣੇ ਸਹੁਰੇ ਨੂੰ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਦੇਖਿਆ ਸੀ, ਕਿਉਂਕਿ ਮੇਰੇ ਸਹੁਰੇ ਅਤੇ ਮੇਰੇ ਪਿਤਾ ਜੀ ਦੀ ਦੋਸਤੀ ਉਹਨਾਂ ਦੇ ਵਿਆਹ ਤੋਂ ਬਾਅਦ ਸਿਰਫ ਨਾਮ ਦੀ ਹੀ ਰਹਿ ਗਈ ਸੀ ਅਤੇ ਉਹ ਕਦੇ-ਕਦਾਈ ਇੱਕ ਦੂਜੇ ਨੂੰ ਮਿਲਦੇ ਸਨ। ਪਰ ਜਦੋਂ ਮੇਰੇ ਪਿਤਾ ਜੀ ਨੇ ਆਪਣੇ ਦੋਸਤ ਦੇ ਪੁੱਤਰ ਭਾਵ ਮੇਰੇ ਪਤੀ ਨੂੰ ਦੇਖਿਆ ਤਾਂ ਮੇਰੇ ਪਿਤਾ ਜੀ ਨੂੰ ਮੁੰਡਾ ਪਸੰਦ ਆ ਗਿਆ। ਮੇਰੇ ਪਿਤਾ ਜੀ ਨੇ ਤੁਰੰਤ ਮੇਰੇ ਸਹੁਰੇ ਨਾਲ ਉਹਨਾਂ ਦੇ ਮੁੰਡੇ ਦੇ ਰਿਸ਼ਤੇ ਬਾਰੇ ਗੱਲ ਕੀਤੀ। ਮੇਰੇ ਸਹੁਰੇ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਲਈ ਰਿਸ਼ਤਾ ਲੱਭ ਰਿਹਾ ਹਾਂ ਤਾਂ ਮੇਰੇ ਪਿਤਾ ਜੀ ਨੇ ਮੇਰੇ ਸਹੁਰੇ ਨੂੰ ਮੇਰੇ ਬਾਰੇ ਦੱਸਿਆ। ਜਦੋਂ ਮੁੰਡੇ ਵਾਲੇ ਮੈਨੂੰ ਦੇਖਣ ਸਾਡੇ ਘਰ ਆਏ ਤਾਂ ਉਹਨਾਂ ਨੇ ਮੈਨੂੰ ਦੇਖਦੇ ਹੀ ਪਸੰਦ ਕਰ ਲਿਆ। ਇਸ ਤਰ੍ਹਾਂ ਮੇਰਾ ਵਿਆਹ ਹੋ ਗਿਆ। ਮੇਰੇ ਸਹੁਰੇ ਅਤੇ ਪਿਤਾ ਜੀ ਦੀ ਪੁਰਾਣੀ ਦੋਸਤੀ ਮੁੜ ਪੱਕੀ ਹੋ ਗਈ ਅਤੇ ਇਸੇ ਤਰ੍ਹਾਂ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਮੇਰੀ ਸੱਸ ਸਹੁਰੇ ਦਾ ਵਿਵਹਾਰ ਮੇਰੇ ਨਾਲ ਬਹੁਤ ਚੰਗਾ ਸੀ। ਮੇਰੀ ਜਠਾਣੀ ਵੀ ਮੇਰੇ ਨਾਲ ਭੈਣਾਂ ਵਾਂਗ ਹੀ ਰਹਿੰਦੀ ਸੀ। ਮੇਰੀ ਜਠਾਣੀ ਦੀ ਧੀ ਵੀ ਮੇਰੀ ਸਹੇਲੀ ਬਣ ਗਈ। ਮੈਂ ਆਪਣੇ ਸਹੁਰੇ ਘਰ ਬਹੁਤ ਜਲਦੀ ਐਡਜਸਟ ਹੋ ਗਈ ਸੀ ਅਤੇ ਉਹਨਾਂ ਦੇ ਵਿਵਹਾਰ ਨੂੰ ਸਮਝ ਗਈ ਸੀ। ਮੇਰੇ ਪਤੀ ਦਾ ਵਿਵਹਾਰ ਵੀ ਬਹੁਤ ਚੰਗਾ ਸੀ ਅਤੇ ਉਹ ਮੇਰਾ ਬਹੁਤ ਖਿਆਲ ਰੱਖਦੇ ਸਨ। ਉਹ ਬਹੁਤ ਚੰਗੇ ਇਨਸਾਨ ਸਨ। ਵਿਆਹ ਤੋਂ 2 ਮਹੀਨੇ ਬਾਅਦ ਮੇਰੇ ਪਤੀ ਨੂੰ ਕੰਮ ਲਈ ਦੂਜੇ ਸ਼ਹਿਰ ਜਾਣਾ ਪਿਆ। ਉਹਨਾਂ ਨੇ ਦੱਸਿਆ ਕਿ ਮੈਨੂੰ 1 ਮਹੀਨੇ ਦੀ ਛੁੱਟੀ ਮਿਲੀ ਹੋਈ ਹੈ, ਪਰ ਮੈਂ ਜ਼ੋਰ ਦੇ ਕੇ 1 ਮਹੀਨੇ ਦੀ ਹੋਰ ਵਧਾ ਦਿੱਤੀ ਸੀ। ਪਰ ਹੁਣ ਹੋਰ ਛੁੱਟੀਆਂ ਦੀ ਗੁੰਜਾਇਸ਼ ਨਹੀਂ ਸੀ। ਮੇਰੇ ਪਤੀ ਦੇ ਚਲੇ ਜਾਣ ਤੇ ਮੈਂ ਬਹੁਤ ਉਦਾਸ ਹੋ ਗਈ। ਮੈਂ ਉਸ ਤੋਂ ਬਿਨਾਂ ਕਿਵੇਂ ਰਹਾਂਗੀ? ਇਹੀ ਸੋਚ ਕੇ ਮੈਨੂੰ ਰੋਣਾ ਆਉਂਦਾ ਸੀ ਅਤੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਰੱਬ ਨੇ ਪਤੀ ਪਤਨੀ ਦਾ ਰਿਸ਼ਤਾ ਹੀ ਅਜਿਹਾ ਬਣਾਇਆ ਹੈ ਕਿ ਜੇਕਰ ਦੋਵੇਂ ਇੱਕ ਦੂਜੇ ਦੇ ਨਾਲ ਨਾ ਹੋਣ ਤਾਂ ਰਿਹਾ ਨਹੀਂ ਜਾਂਦਾ ਅਤੇ ਦੂਰੀ ਬਰਦਾਸ਼ਤ ਵੀ ਨਹੀਂ ਹੁੰਦੀ। ਅਜੇ ਤਾਂ ਮੇਰਾ ਨਵਾਂ ਵਿਆਹ ਹੋਇਆ ਸੀ। ਮੇਰੇ ਵਿਆਹ ਨੂੰ ਅੱਜ 2 ਮਹੀਨੇ ਹੀ ਹੋਏ ਸਨ। ਮੈਂ ਆਪਣੇ ਪਤੀ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ। ਪਰ ਉਹ ਦਿਨ ਜਲਦੀ ਹੀ ਆ ਗਿਆ ਸੀ ਜਦੋਂ ਮੇਰੇ ਪਤੀ ਦੇ ਜਾਣ ਦਾ ਸਮਾਂ ਆ ਗਿਆ ਸੀ ਅਤੇ ਮੇਰੇ ਪਤੀ ਕੰਮ ਲਈ 3 ਮਹੀਨਿਆਂ ਲਈ ਸ਼ਹਿਰ ਤੋਂ ਬਾਹਰ ਚਲੇ ਗਏ ਸੀ। ਉਸ ਦੇ ਜਾਣ ਤੋਂ ਬਾਅਦ ਮੈਂ ਸਾਰਾ ਦਿਨ ਉਦਾਸ ਰਹੀ ਅਤੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ। ਮੇਰੀ ਸੱਸ ਤੇ ਜਠਾਣੀ ਮੈਨੂੰ ਬਹੁਤ ਦਿਲਾਸਾ ਦਿੰਦੀਆਂ ਸਨ। ਮੇਰੀ ਜਠਾਣੀ ਦੀ ਧੀ ਵੀ ਹਮੇਸ਼ਾ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਅਤੇ ਸਾਰੇ ਲੋਕ ਮੈਨੂੰ ਇਹੀ ਸਮਝਾਉਂਦੇ ਸੀ ਕਿ ਇਸ ਘਰ ਵਿੱਚ ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡਾ ਸਹਾਰਾ ਹਾਂ। ਆਪਣੇ ਸਹੁਰੇ ਵੱਲੋਂ ਇੰਨਾ ਪਿਆਰ ਤੇ ਮੁਹੱਬਤ ਦੇਖ ਕੇ ਮੈਂ ਸ਼ਾਂਤ ਹੋ ਗਈ। ਮੇਰਾ ਪਤੀ ਵੀ ਮੈਨੂੰ ਰੋਜ਼ ਫੋਨ ਕਰਦਾ ਸੀ ਅਤੇ ਉਹ ਮੈਨੂੰ ਬਹੁਤ ਸਮਝਾਉਂਦੇ ਸੀ। ਹੌਲੀ ਮੈਂ ਨੋਰਮਲ ਹੋ ਗਈ ਸੀ। ਹੁਣ ਮੇਰੇ ਪਤੀ ਨੂੰ ਗਏ ਹੋਏ 15 ਦਿਨ ਬੀਤ ਚੁੱਕੇ ਸਨ, ਪਰ ਹੁਣ ਮੇਰੇ ਨਾਲ ਅਜੀਬ ਘਟਨਾ ਵਾਪਰਨ ਲੱਗੀ। ਕੁਝ ਅਜਿਹਾ ਹੋਣ ਲੱਗਾ ਜੋ ਮੇਰੀ ਸਮਝ ਤੋਂ ਬਾਹਰ ਸੀ। ਆਖਰ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ? ਮੈਂ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ, ਕਿਉਂਕਿ ਮੈਂ ਖੁਦ ਵੀ ਨਹੀਂ ਸਮਝ ਪਾ ਰਹੀ ਸੀ। ਅਸੀਂ ਰਾਤ ਨੂੰ ਚਾਹ ਪੀ ਕੇ ਸੌਂਦੇ ਸੀ। ਮੇਰੀ ਜਠਾਣੀ ਖੁਦ ਆਪਣੇ ਹੱਥਾਂ ਨਾਲ ਸਾਰਿਆਂ ਲਈ ਚਾਹ ਬਣਾ ਕੇ ਸਾਰਿਆਂ ਦੇ ਕਮਰੇ ਵਿੱਚ ਦੇ ਕੇ ਆਉਂਦੀ ਸੀ ਅਤੇ ਸਾਰੇ ਹਰ ਰੋਜ਼ ਦੀ ਤਰ੍ਹਾਂ ਚਾਹ ਪੀਂਦੇ ਸੀ। ਇੱਕ ਰਾਤ ਮੈਂ ਚਾਹ ਦਾ ਕੱਪ ਪੀ ਕੇ ਆਰਾਮ ਨਾਲ ਸੌ ਗਈ। ਠੰਡ ਬਹੁਤ ਸੀ ਅਤੇ ਚਾਹ ਮੈਨੂੰ ਵਿਆਹ ਤੋਂ ਪਹਿਲਾਂ ਹੀ ਬਹੁਤ ਪਸੰਦ ਸੀ। ਮੈਨੂੰ ਨੀਂਦ ਵੀ ਜਲਦੀ ਆ ਰਹੀ ਸੀ। ਮੈਂ ਚਾਹ ਪੀ ਕੇ ਸੌ ਗਈ। ਮੈਨੂੰ ਪਤਾ ਵੀ ਨਹੀਂ ਲੱਗਿਆ ਅਤੇ ਜਿਵੇਂ ਹੀ ਸਵੇਰੇ ਮੇਰੀ ਅੱਖ ਖੁੱਲੀ, ਮੈਨੂੰ ਆਪਣੇ ਆਲੇ ਦੁਆਲੇ ਅਜੀਬ ਜਿਹੀ ਸਮੈਲ ਮਹਿਸੂਸ ਹੋ ਰਹੀ ਸੀ। ਜਦੋਂ ਮੇਰੀ ਹੌਲੀ ਅੱਖ ਖੁੱਲੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਤਾਂ ਮੂਵ ਦੀ ਸਮੈਲ ਆ ਰਹੀ ਹੈ। ਮੈਂ ਚੰਗੀ ਤਰ੍ਹਾਂ ਅੱਖਾਂ ਖੋਲ੍ਹੀਆਂ ਅਤੇ ਆਲੇ ਦੁਆਲੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ। ਪਰ ਜਿਵੇਂ ਹੀ ਮੈਂ ਆਪਣੇ ਹੱਥਾਂ ਪੈਰਾਂ ਵੱਲ ਦੇਖਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਹੱਥਾਂ ਪੈਰਾਂ ਤੇ ਲਾਲ ਰੰਗ ਦੇ ਨਿਸ਼ਾਨ ਸਨ।
ਅਤੇ ਮੇਰੇ ਹੱਥ ਪੈਰ ਸੁੱਜੇ ਹੋਏ ਸਨ। ਮੈਂ ਆਪਣੇ ਹੱਥਾਂ ਪੈਰਾਂ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਨੂੰ ਯਾਦ ਨਹੀਂ ਸੀ ਕਿ ਮੈਂ ਆਪਣੇ ਸੌਣ ਤੋਂ ਪਹਿਲਾਂ ਮੂਵ ਕਦੋਂ ਲਗਾਈ ਸੀ। ਮੇਰੇ ਸਰੀਰ ਤੇ ਬੁਰੀ ਤਰ੍ਹਾਂ ਦੇ ਲਾਲ ਨਿਸ਼ਾਨ ਸਨ। ਮੈਂ ਡਰ ਗਈ ਤੇ ਝੱਟ ਉੱਠ ਕੇ ਬੈਠ ਗਈ। ਪਤਾ ਨਹੀਂ ਇਹ ਸਭ ਕੁਝ ਕਿਵੇਂ ਹੋਇਆ ਸੀ। ਇਹ ਸੋਚ ਕੇ ਮੈਂ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ ਅਤੇ ਜਦੋਂ ਹੱਥਾਂ ਪੈਰਾਂ ਤੇ ਪਾਣੀ ਪਾਇਆ ਤਾਂ ਲਾਲ ਰੰਗ ਤਾਂ ਹੌਲੀ-ਹੌਲੀ ਉਤਰ ਗਿਆ। ਮੇਰੇ ਸਾਰੇ ਸਰੀਰ ਤੇ ਲਾਲ ਨਿਸ਼ਾਨ ਸਨ। ਮੇਰੇ ਉੱਪਰਲੇ ਸਾਹ ਉੱਪਰ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਮੇਰੇ ਸਾਰੇ ਸਰੀਰ ਤੇ ਲਾਲ ਨਿਸ਼ਾਨ ਸਨ। ਮੈਂ ਆਪਣੇ ਆਪ ਤੋਂ ਬਹੁਤ ਡਰੀ ਹੋਈ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ। ਮੇਰੇ ਲਈ ਇਹ ਸਭ ਬਹੁਤ ਅਜੀਬ ਸੀ ਕਿਉਂਕਿ ਇਸ ਤੋਂ ਪਹਿਲਾਂ ਮੇਰੇ ਨਾਲ ਕਦੇ ਅਜਿਹਾ ਕੁਝ ਨਹੀਂ ਹੋਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਡਰ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ। ਜਦੋਂ ਮੈਂ ਨਹਾ ਕੇ ਬਾਥਰੂਮ ਤੋਂ ਬਾਹਰ ਆਈ ਤਾਂ ਮੇਰੇ ਸਰੀਰ ਤੋਂ ਲਾਲ ਰੰਗ ਦੇ ਨਿਸ਼ਾਨ ਗਾਇਬ ਹੋ ਗਏ ਸਨ, ਪਰ ਥੋੜੀ ਜਿਹੀ ਸੋਜ ਬਾਕੀ ਸੀ। ਮੇਰਾ ਸਰੀਰ ਕੰਬ ਰਿਹਾ ਸੀ ਅਤੇ ਮੈਂ ਬੈੱਡ ਤੇ ਆ ਕੇ ਲੇਟ ਗਈ। ਮੈਨੂੰ ਆਪਣੇ ਆਪ ਤੋਂ ਡਰ ਲੱਗ ਰਿਹਾ ਸੀ। ਮਨ ਵਿੱਚ ਅਜੀਬ ਖਿਆਲ ਆ ਰਹੇ ਸਨ ਕਿ ਆਖਰ ਇਹ ਲਾਲ ਰੰਗ ਦੇ ਨਿਸ਼ਾਨ ਮੇਰੇ ਸਰੀਰ ਤੇ ਕਿਸ ਨੇ ਲਾਏ ਸੀ। ਪਰ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਕੋਈ ਮਜ਼ਾਕ ਤਾਂ ਨਹੀਂ, ਜਾਂ ਅੱਧੀ ਰਾਤ ਨੂੰ ਕਿਸੇ ਕੀੜੇ ਨੇ ਤਾਂ ਮੈਨੂੰ ਨਹੀਂ ਕੱਟ ਲਿਆ। ਪਤਾ ਨਹੀਂ ਇਹ ਸਭ ਕੁਝ ਕੀ ਸੀ। ਇਹ ਮਜ਼ਾਕ ਮੇਰੀ ਜਠਾਣੀ ਦੀ ਬੇਟੀ ਛਿੰਨੂ ਨੇ ਤਾਂ ਨਹੀਂ ਕੀਤਾ। ਮੈਨੂੰ ਇਹ ਸੋਚ ਕੇ ਥੋੜੀ ਜਿਹੀ ਤਸੱਲੀ ਹੋਈ ਕਿ ਸ਼ਾਇਦ ਇਹ ਕੋਈ ਮਜ਼ਾਕ ਹੋ ਸਕਦਾ ਹੈ ਕਿਉਂਕਿ ਮੈਨੂੰ ਆਪਣੇ ਸਰੀਰ ਤੇ ਕਿਸੇ ਕਿਸਮ ਦਾ ਦਰਦ ਜਾਂ ਤਕਲੀਫ ਮਹਿਸੂਸ ਨਹੀਂ ਹੋ ਰਹੀ ਸੀ। ਜਦੋਂ ਮੈਂ ਸਵੇਰੇ ਨਾਸ਼ਤਾ ਕਰਨ ਥੱਲੇ ਗਈ ਤਾਂ ਸਭ ਕੁਝ ਨੋਰਮਲ ਸੀ। ਨਾਸ਼ਤੇ ਦੀ ਮੇਜ਼ ਤੇ ਸਾਰੇ ਬੈਠੇ ਮੇਰਾ ਇੰਤਜ਼ਾਰ ਕਰ ਰਹੇ ਸਨ। ਮੇਰਾ ਉਦਾਸ ਚਿਹਰਾ ਦੇਖ ਕੇ ਮੇਰੀ ਸੱਸ ਨੇ ਮੈਨੂੰ ਪੁੱਛਿਆ, ਕੀ ਗੱਲ ਹੈ ਨੂੰ, ਤੁਸੀਂ ਉਦਾਸ ਲੱਗ ਰਹੇ ਹੋ? ਮੈਂ ਕਿਹਾ, ਨਹੀਂ ਮਾਂ, ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਉਦਾਸ ਨਹੀਂ ਹਾਂ, ਮੈਂ ਠੀਕ ਹਾਂ। ਪਰ ਉਹਨਾਂ ਸਾਰਿਆਂ ਦੇ ਚਿਹਰਿਆਂ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਉਹਨਾਂ ਵਿੱਚੋਂ ਕਿਸੇ ਨੇ ਮੇਰੇ ਨਾਲ ਮਜ਼ਾਕ ਕੀਤਾ ਹੋਵੇ। ਫਿਰ ਮੇਰੇ ਸਹੁਰੇ ਨੇ ਮੇਰੇ ਵੱਲ ਮੁਸਕਰਾ ਕੇ ਪੁੱਛਿਆ, ਨੂੰ ਕੋਈ ਗੱਲ ਹੈ, ਤੁਸੀਂ ਉਦਾਸ ਲੱਗ ਰਹੇ ਹੋ? ਮੈਂ ਕਿਹਾ, ਕੁਝ ਨਹੀਂ ਪਿਤਾ ਜੀ, ਬਸ ਰਮਨ ਦੀ ਯਾਦ ਆ ਰਹੀ ਹੈ। ਸ਼ਾਇਦ ਇਸੇ ਕਰਕੇ ਮੈਂ ਉਦਾਸ ਹਾਂ। ਰਮਨ ਮੇਰੇ ਪਤੀ ਦਾ ਨਾਂ ਸੀ। ਫਿਰ ਮੈਨੂੰ ਸਾਰਿਆਂ ਨੇ ਦਿਲਾਸਾ ਦਿੱਤਾ ਤੇ ਕਿਹਾ ਕਿ ਟੈਨਸ਼ਨ ਨਾ ਲਓ, ਹੌਲੀ-ਹੌਲੀ ਸਭ ਦੀ ਆਦਤ ਪੈ ਜਾਵੇਗੀ। ਮੈਂ ਸਾਰਿਆਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਮੇਰੇ ਹੱਥਾਂ ਪੈਰਾਂ ਤੇ ਇਹ ਲਾਲ ਨਿਸ਼ਾਨ ਕਿਸ ਨੇ ਲਾਏ ਹਨ। ਮੇਰੇ ਹੱਥਾਂ ਤੇ ਅਜੇ ਵੀ ਮਾਮੂਲੀ ਨਿਸ਼ਾਨ ਬਾਕੀ ਸਨ ਅਤੇ ਬਾਕੀ ਸਾਰੇ ਨਿਸ਼ਾਨ ਮੇਰੇ ਸਰੀਰ ਤੋਂ ਗਾਇਬ ਹੋ ਗਏ ਸਨ। ਮੈਂ ਉਹਨਾਂ ਨੂੰ ਕੁਝ ਪੁੱਛ ਵੀ ਨਹੀਂ ਸਕੀ, ਸਗੋਂ ਉਹੀ ਲੋਕ ਮੈਨੂੰ ਸਵਾਲ ਪੁੱਛਣ ਲੱਗੇ। ਮੇਰੇ ਹੱਥਾਂ ਤੇ ਨਿਸ਼ਾਨ ਦੇਖ ਕੇ ਮੇਰੀ ਜਠਾਣੀ ਦੀ ਧੀ ਮੈਨੂੰ ਪੁੱਛਣ ਲੱਗੀ, ਤੁਸੀਂ ਆਪਣੇ ਹੱਥਾਂ ਤੇ ਲਿਪਸਟਿਕ ਕਿਉਂ ਲਗਾਈ ਹੈ? ਅਜਿਹਾ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਤੋਂ ਲਿਪਸਟਿਕ ਠੀਕ ਤਰ੍ਹਾਂ ਨਾਲ ਨਹੀਂ ਲੱਗੀ ਹੋਵੇਗੀ, ਇਸ ਲਈ ਤੁਸੀਂ ਇਸ ਨੂੰ ਆਪਣੇ ਹੱਥਾਂ ਨਾਲ ਪੂੰਝਣ ਦੀ ਕੋਸ਼ਿਸ਼ ਕੀਤੀ ਤਾਂ ਇਹ ਤੁਹਾਡੇ ਹੱਥਾਂ ਤੇ ਲੱਗ ਗਈ। ਉਸ ਦੀ ਗੱਲ ਸੁਣ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਕੰਮ ਉਹਨਾਂ ਵਿੱਚੋਂ ਕਿਸੇ ਦਾ ਨਹੀਂ ਸੀ। ਸਿੰਨੂ ਦੀਆਂ ਗੱਲਾਂ ਸੁਣ ਕੇ ਮੈਂ ਮੁਸਕਰਾ ਦਿੱਤੀ। ਉਸ ਤੋਂ ਬਾਅਦ ਕੁਝ ਦਿਨ ਤੱਕ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਇਆ। ਫਿਰ ਮੇਰੀ ਸੱਸ ਦੀ ਤਬੀਅਤ ਖਰਾਬ ਰਹਿਣ ਲੱਗੀ। ਸਾਰਿਆਂ ਦਾ ਧਿਆਨ ਉਸ ਵੱਲ ਸੀ। ਪਰ ਫਿਰ ਇੱਕ ਦਿਨ ਉਹੀ ਹੋਇਆ ਜਿਸ ਦਾ ਸਾਨੂੰ ਡਰ ਸੀ। ਮੇਰੀ ਸੱਸ ਦੀ ਤਬੀਅਤ ਠੀਕ ਨਹੀਂ ਹੋਈ ਅਤੇ ਕੁਝ ਹੀ ਸਮੇਂ ਵਿੱਚ ਉਹ ਇਸ ਦੁਨੀਆ ਤੋਂ ਚਲੀ ਗਈ। ਮੇਰੀ ਸੱਸ ਬਹੁਤ ਚੰਗੀ ਔਰਤ ਸੀ। ਉਸਨੇ ਕਦੇ ਵੀ ਮੇਰੇ ਨਾਲ ਦੁਰਵਿਵਹਾਰ ਨਹੀਂ ਕੀਤਾ ਸੀ ਅਤੇ ਨਾ ਹੀ ਉਸਨੇ ਕਦੇ ਆਪਣੀ ਵੱਡੀ ਨੂੰਹ ਨਾਲ ਦੁਰਵਿਵਹਾਰ ਕੀਤਾ ਸੀ। ਅਸੀਂ ਦੋਵੇਂ ਨੂੰਹਾਂ ਸਾਡੀ ਸੱਸ ਨੂੰ ਬਹੁਤ ਪਿਆਰ ਕਰਦੀਆਂ ਸਨ ਅਤੇ ਉਹ ਵੀ ਸਾਨੂੰ ਆਪਣੀ ਧੀਆਂ ਵਾਂਗ ਸਮਝਦੇ ਸੀ। ਮੇਰੀ ਸੱਸ ਦੀ ਕੋਈ ਧੀ ਨਹੀਂ ਸੀ, ਪਰ ਉਹ ਆਪਣੀਆਂ ਨੂੰਹਾਂ ਨੂੰ ਧੀ ਵਾਂਗ ਪਿਆਰ ਕਰਦੀ ਸੀ। ਪਰ ਸ਼ਾਇਦ ਉਸ ਦੀ ਜ਼ਿੰਦਗੀ ਇੰਨੀ ਹੀ ਲਿਖੀ ਹੋਈ ਸੀ। ਮੇਰੀ ਸੱਸ ਦੀ ਮੌਤ ਤੋਂ ਬਾਅਦ ਮੇਰੇ ਪਤੀ ਵੀ ਘਰ ਵਾਪਸ ਆਏ ਅਤੇ ਮੈਂ ਆਪਣੇ ਪਤੀ ਨੂੰ ਦਿਲਾਸਾ ਦਿੱਤਾ ਕਿਉਂਕਿ ਉਹ ਆਪਣੀ ਮਾਂ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਸਨ। ਪਰ ਉਹਨਾਂ ਨੇ ਤਾਂ ਆਪਣੇ ਕੰਮ ਤੇ ਇੱਕ ਨਾ ਇੱਕ ਦਿਨ ਵਾਪਸ ਜਾਣਾ ਸੀ। ਮੇਰੀ ਸੱਸ ਦੀ ਮੌਤ ਤੋਂ 10 ਦਿਨਾਂ ਬਾਅਦ ਮੇਰੇ ਪਤੀ ਵਾਪਸ ਚਲੇ ਗਏ ਸੀ। ਮੈਂ ਉਹ ਹਾਦਸਾ ਭੁੱਲ ਗਈ ਜੋ ਮੇਰੇ ਨਾਲ ਪਹਿਲਾਂ ਵਾਪਰਿਆ ਸੀ। ਉਹ ਗੱਲ ਤਾਂ ਮੇਰੇ ਦਿਮਾਗ ਵਿੱਚੋਂ ਬਿਲਕੁਲ ਨਿਕਲ ਗਈ ਸੀ। ਮੇਰੀ ਸੱਸ ਦੀ ਮੌਤ ਤੋਂ ਬਾਅਦ ਘਰ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ। ਦਿਲ ਵਿੱਚ ਦੁੱਖ ਤਾਂ ਸੀ, ਪਰ ਛੱਡਣ ਵਾਲਿਆਂ ਨਾਲ ਸਭ ਕੁਝ ਨਹੀਂ ਰੁਕਦਾ। ਸਾਰੇ ਹੌਲੀ-ਹੌਲੀ ਆਪੋ ਆਪਣੇ ਕੰਮਾਂ ਤੇ ਜਾਣ ਲੱਗੇ। ਇੱਕ ਦਿਨ ਮੇਰੀ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੇਰੇ ਸਹੁਰੇ ਨੇ ਮੇਰਾ ਚਿਹਰਾ ਦੇਖਿਆ ਤਾਂ ਪੁੱਛਿਆ, ਕੀ ਹੋਇਆ ਨੂੰ, ਤੁਹਾਡੀ ਤਬੀਅਤ ਠੀਕ ਹੈ? ਮੈਂ ਸਹੁਰੇ ਨੂੰ ਕਿਹਾ ਕਿ ਪਿਤਾ ਜੀ, ਅੱਜ ਮੇਰੀ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਹੈ। ਮੇਰੇ ਸਹੁਰਾ ਜੀ ਮੇਰੇ ਕੋਲ ਆ ਕੇ ਬੈਠ ਗਏ ਅਤੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੇ, ਨੂੰ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਾਂ। ਮੈਂ ਤੁਹਾਡੀ ਕਮਰ ਤੇ ਮੂਵ ਲਗਾ ਦਿੰਦਾ ਹਾਂ, ਜਿਸ ਨਾਲ ਤੁਹਾਡੀ ਪਿੱਠ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਮੇਰੇ ਸਹੁਰੇ ਦੀ ਇਹ ਗੱਲ ਸੁਣ ਕੇ
ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਤੇ ਮੈਂ ਕਿਹਾ ਕਿ ਨਹੀਂ, ਮੈਂ ਆਪ ਹੀ ਲਗਾ ਲਵਾਂਗੀ, ਤੁਹਾਨੂੰ ਲਗਾਉਣ ਦੀ ਕੋਈ ਲੋੜ ਨਹੀਂ ਹੈ। ਪਰ ਉਹ ਹੱਸ ਕੇ ਕਹਿਣ ਲੱਗੇ, ਇਸ ਵਿੱਚ ਕੀ ਮਾੜੀ ਗੱਲ ਹੈ? ਤੁਸੀਂ ਵੀ ਇਸ ਘਰ ਦੇ ਮੈਂਬਰ ਹੋ, ਮੈਂ ਤੁਹਾਡੇ ਲਈ ਇੰਨਾ ਤਾਂ ਕਰ ਸਕਦਾ ਹਾਂ। ਤੇਰੀ ਸੱਸ ਨੂੰ ਵੀ ਪਿੱਠ ਦਾ ਬਹੁਤ ਦਰਦ ਸੀ। ਮੈਂ ਹਰ ਰੋਜ਼ ਉਸ ਦੀ ਕਮਰ ਤੇ ਮੂਵ ਲਗਾਉਂਦਾ ਸੀ ਅਤੇ ਉਸ ਦੀ ਕਮਰ ਦੀ ਚੰਗੀ ਤਰ੍ਹਾਂ ਮਾਲਿਸ਼ ਵੀ ਕਰਦਾ ਸੀ। ਮਾਲਿਸ਼ ਨਾਲ ਪਿੱਠ ਦਾ ਦਰਦ ਚਲਾ ਜਾਂਦਾ ਸੀ। ਜਦੋਂ ਤੇਰੀ ਸੱਸ ਜਿਉਂਦੀ ਸੀ, ਉਹ ਮੇਰੀ ਬਹੁਤ ਤਾਰੀਫ ਕਰਦੀ ਸੀ। ਉਹ ਕਹਿੰਦੀ ਸੀ ਕਿ ਜੇ ਕਿਸੇ ਦੀ ਪਿੱਠ ਵਿੱਚ ਦਰਦ ਹੋਵੇ ਤੇ ਉਹ ਤੁਹਾਡੇ ਤੋਂ ਮਾਲਿਸ਼ ਕਰਵਾ ਲਵੇ, ਉਸ ਦੀ ਪਿੱਠ ਦਾ ਦਰਦ ਝੱਟ ਹੀ ਦੂਰ ਹੋ ਜਾਵੇਗਾ। ਉਹ ਉਦਾਸ ਹੋ ਕੇ ਕਹਿਣ ਲੱਗੇ, ਪਰ ਜੇ ਤੁਸੀਂ ਮੈਨੂੰ ਅਜਨਬੀ ਸਮਝ ਰਹੇ ਹੋ ਤਾਂ ਠੀਕ ਹੈ। ਮੇਰਾ ਇਰਾਦਾ ਉਹਨਾਂ ਨੂੰ ਦੁਖੀ ਕਰਨ ਦਾ ਨਹੀਂ ਸੀ। ਆਖਰ ਮੈਂ ਝਿਜਕਦੇ ਹੋਏ ਮੰਨ ਗਈ। ਉਸ ਦਿਨ ਘਰ ਦੇ ਸਾਰੇ ਲੋਕ ਮੰਦਰ ਗਏ ਹੋਏ ਸੀ। ਘਰ ਵਿੱਚ ਮੈਂ ਤੇ ਮੇਰਾ ਸਹੁਰਾ ਹੀ ਮੌਜੂਦ ਸੀ। ਪਿੱਠ ਦੇ ਦਰਦ ਕਾਰਨ ਮੈਂ ਮੰਦਰ ਨਹੀਂ ਜਾ ਸਕੀ। ਮੈਂ ਲੇਟ ਗਈ ਅਤੇ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਗਿਆ ਅਤੇ ਕਮਰੇ ਵਿੱਚੋਂ ਮੂਵ ਲਿਆ ਕੇ ਮੇਰੀ ਕਮਰ ਤੇ ਲਗਾਉਣ ਲੱਗੇ। ਉਹ ਬਹੁਤ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਰਹੇ ਸੀ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਸੀ। ਜਦੋਂ ਮਸਾਜ ਖਤਮ ਹੋ ਗਈ, ਉਹ ਮੁਸਕਰਾਇਆ ਅਤੇ ਪੁੱਛਿਆ, ਮੈਨੂੰ ਦੱਸੋ ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ? ਮੈਂ ਵੀ ਹੱਸ ਕੇ ਜਵਾਬ ਦਿੱਤਾ ਕਿ ਤੁਸੀਂ ਬਹੁਤ ਵਧੀਆ ਮਸਾਜ ਕਰਦੇ ਹੋ, ਕਿਉਂਕਿ ਮੇਰੀ ਪਿੱਠ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ। ਉਹ ਕਹਿਣ ਲੱਗੇ, ਹੁਣ ਦੇਖੋ, ਮੈਂ ਇਸੇ ਮੂਵ ਨਾਲ ਤੁਹਾਡੇ ਪੈਰਾਂ ਦੀ ਮਾਲਿਸ਼ ਕਰਾਂਗਾ। ਤੁਹਾਡੇ ਪੈਰਾਂ ਨੂੰ ਬਹੁਤ ਵਧੀਆ ਮਹਿਸੂਸ ਹੋਵੇਗਾ ਅਤੇ ਤੁਹਾਨੂੰ ਬਹੁਤ ਆਰਾਮ ਮਿਲੇਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸਨੇ ਆਪਣੇ ਹੱਥਾਂ ਨਾਲ ਮੇਰੇ ਪੈਰਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਂ ਚੁੱਪ ਹੋ ਗਈ ਕਿਉਂਕਿ ਮੈਨੂੰ ਸ਼ਰਮ ਆ ਰਹੀ ਸੀ। ਉਸ ਮੂਵ ਦੀ ਮਹਿਕ ਬਹੁਤ ਤੇਜ਼ ਸੀ। ਮੇਰਾ ਸਹੁਰਾ ਮਾਲਿਸ਼ ਕਰਕੇ ਚਲਾ ਗਿਆ ਅਤੇ ਸਾਰੇ ਮੰਦਰ ਤੋਂ ਘਰ ਵਾਪਸ ਆ ਗਏ ਸਨ। ਮੈਂ ਬਹੁਤ ਰਾਹਤ ਮਹਿਸੂਸ ਕੀਤੀ, ਇਸ ਲਈ ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਅਤੇ ਮੈਨੂੰ ਇੱਕ ਅਜੀਬ ਜਿਹਾ ਨਸ਼ਾ ਮਹਿਸੂਸ ਹੋ ਰਿਹਾ ਸੀ। ਮੈਂ ਇੰਨਾ ਆਰਾਮ ਅਤੇ ਸ਼ਾਂਤੀ ਮਹਿਸੂਸ ਕਰ ਰਹੀ ਸੀ ਕਿ ਮੈਨੂੰ ਨੀਂਦ ਆ ਗਈ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਦੋਂ ਗੂੜੀ ਨੀਂਦ ਵਿੱਚ ਸੋ ਗਈ। ਉਸ ਰਾਤ ਮੈਂ ਬਹੁਤ ਸ਼ਾਂਤੀ ਨਾਲ ਸੋਈ ਸੀ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕਮਰੇ ਵਿੱਚ ਕੋਈ ਹੈ। ਮੈਂ ਆਪਣੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਨੇ ਮੈਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਮੈਂ ਆਪਣੀਆਂ ਅੱਖਾਂ ਖੋਲ੍ਹ ਕੇ ਵੀ ਨਾ ਦੇਖ ਸਕੀ। ਪਰ ਜਦੋਂ ਸਵੇਰ ਹੋਈ ਤਾਂ ਮੈਂ ਫਿਰ ਬੁਰੀ ਤਰ੍ਹਾਂ ਨਾਲ ਡਰ ਗਈ ਸੀ। ਕਈ ਵਾਰ ਮੈਂ ਹੋਸ਼ ਵਿੱਚ ਆਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਉਹੀ ਹੋਇਆ ਜਿਸ ਨੇ ਮੈਨੂੰ ਫਿਰ ਡਰਾ ਦਿੱਤਾ। ਮੇਰੇ ਹੱਥਾਂ ਪੈਰਾਂ ਤੇ ਲਾਲ ਨਿਸ਼ਾਨ ਸਨ ਅਤੇ ਮੂਵ ਦੀ ਬਦਬੂ ਇਸ ਤਰ੍ਹਾਂ ਆ ਰਹੀ ਸੀ ਜਿਵੇਂ ਮਾਲਿਸ਼ ਰਾਤ ਨੂੰ ਨਹੀਂ, ਥੋੜੀ ਦੇਰ ਪਹਿਲਾਂ ਹੀ ਕੀਤੀ ਹੋਵੇ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮਾਲਿਸ਼ ਤਾਂ ਰਾਤ ਨੂੰ ਹੀ ਕੀਤੀ ਸੀ। ਫਿਰ ਕਮਰੇ ਵਿੱਚੋਂ ਇੰਨੀ ਤੇਜ਼ ਬਦਬੂ ਕਿੱਥੋਂ ਆ ਰਹੀ ਸੀ? ਮੈਨੂੰ ਕੁਝ ਯਾਦ ਆਇਆ ਅਤੇ ਮੈਂ ਬਾਥਰੂਮ ਵਿੱਚ ਗਈ ਅਤੇ ਆਪਣੇ ਪੂਰੇ ਸਰੀਰ ਨੂੰ ਦੇਖਿਆ ਤਾਂ ਮੇਰੇ ਸਾਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਸਨ। ਇੱਕ ਵਾਰ ਫਿਰ ਮੇਰੇ ਨਾਲ ਉਹੀ ਘਟਨਾ ਵਾਪਰੀ ਅਤੇ ਮੈਂ ਰੋਣ ਲੱਗ ਪਈ। ਉਹਨਾਂ ਨਾਲ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਮੈਂ ਆਪਣੇ ਸਾਰੇ ਸਰੀਰ ਤੇ ਪਾਣੀ ਪਾਇਆ ਅਤੇ ਇਸ਼ਨਾਨ ਕਰਨ ਲੱਗ ਪਈ। ਮੈਂ ਬਹੁਤ ਡਰੀ ਹੋਈ ਸੀ। ਇਹ ਕਿਵੇਂ ਹੋ ਸਕਦਾ ਹੈ? ਆਖਰਕਾਰ ਇਹ ਲਾਲ ਨਿਸ਼ਾਨ ਮੇਰੇ ਹੱਥਾਂ, ਪੈਰਾਂ ਤੇ ਪੂਰੇ ਸਰੀਰ ਤੇ ਕਿੱਥੋਂ ਆਉਂਦੇ ਹਨ? ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਨਿਸ਼ਾਨ ਕੌਣ ਲਗਾਉਂਦਾ ਹੈ। ਮੇਰੇ ਮਨ ਵਿੱਚ ਅਜੀਬ ਖਿਆਲ ਆ ਰਹੇ ਸਨ। ਮੈਂ ਵੈਸੇ ਵੀ ਬਹੁਤ ਡਰੀ ਹੋਈ ਸੀ। ਮੈਂ ਸ਼ੁਰੂ ਤੋਂ ਹੀ ਡਰਪੋਕ ਸੀ। ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਕੰਮ ਕਿਸੇ ਅਜਨਬੀ ਨੇ ਕੀਤਾ ਹੈ ਤਾਂ ਮੈਂ ਬਹੁਤ ਡਰ ਗਈ। ਮੈਂ ਇਹ ਸੋਚ ਕੇ ਡਰਨ ਲੱਗ ਪਈ ਕਿ ਸੌਣ ਤੋਂ ਬਾਅਦ ਇਹ ਲਾਲ ਰੰਗ ਮੇਰੇ ਹੱਥਾਂ ਪੈਰਾਂ ਤੇ ਕੌਣ ਲਗਾ ਦਿੰਦਾ ਹੈ ਅਤੇ ਮੈਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਮੇਰੇ ਸਾਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਹੀ ਹੁੰਦੇ ਹਨ। ਆਖਰਕਾਰ ਮੇਰੇ ਸਰੀਰ ਤੇ ਨਿਸ਼ਾਨ ਕੌਣ ਲਗਾਉਂਦਾ ਹੈ? ਜਦੋਂ ਮੈਂ ਬਾਥਰੂਮ ਵਿੱਚ ਜਾ ਕੇ ਨਿਸ਼ਾਨ ਹਟਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹ ਉਤਰ ਜਾਂਦੇ ਸਨ ਅਤੇ ਕੋਈ ਹਲਕਾ ਜਿਹਾ ਨਿਸ਼ਾਨ ਰਹਿ ਵੀ ਜਾਂਦਾ ਸੀ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਣਾ ਚਾਹੁੰਦੀ ਸੀ। ਮੇਰੇ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ? ਇਹ ਸਭ ਸੋਚ ਕੇ ਮੇਰਾ ਸਿਰ ਦੁਖਣ ਲੱਗਾ ਅਤੇ ਮੇਰੀ ਸਿਹਤ ਵੀ ਵਿਗੜਨ ਲੱਗੀ। ਕੰਮ ਤੋਂ ਵਿਹਲੀ ਹੋ ਕੇ ਮੈਂ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਅਤੇ ਦਵਾਈ ਲੈਣ ਲੱਗੀ। ਜਿਵੇਂ ਹੀ ਮੈਂ ਦਵਾਈ ਲੈਣ ਲਈ ਦਰਾਜ਼ ਖੋਲ੍ਹਿਆ ਤਾਂ ਉੱਥੇ ਮੂਵ ਵੀ ਪਈ ਸੀ। ਬਹੁਤ ਸਾਰੀਆਂ ਮੂਵ ਟਿਊਬਾਂ ਰੱਖੀਆਂ ਹੋਈਆਂ ਸਨ। ਉਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਉਹੀ ਮੂਵ ਟਿਊਬਾਂ ਸਨ ਜਿਨ੍ਹਾਂ ਦੀ ਖੁਸ਼ਬੂ ਮੇਰੇ ਕਮਰੇ ਵਿੱਚ ਆਉਂਦੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਮੇਰੇ ਕਮਰੇ ਵਿੱਚ ਇੰਨੇ ਸਾਰੇ ਮੂਵ ਕਿੱਥੋਂ ਆਏ ਸੀ? ਮੇਰੇ ਕੋਲ ਸਿਰਫ ਇੱਕ ਮੂਵ ਟਿਊਬ ਸੀ। ਮੈਂ ਕਦੇ ਵੀ ਇੰਨੀ ਸਾਰੀ ਮੂਵ ਨਹੀਂ ਲਿਆਈ ਸੀ, ਨਾ ਹੀ ਮੈਂ ਕਦੇ ਇੰਨੀਆਂ ਟਿਊਬ ਦੀ ਵਰਤੋਂ ਕੀਤੀ ਸੀ। ਪਰ ਰਾਤ ਜੋ ਮੇਰੇ ਮੂਵ ਲਾਈ ਸੀ ਉਹ ਤਾਂ ਮੇਰਾ ਸਹੁਰਾ ਆਪਣੇ ਕਮਰੇ ਵਿੱਚੋਂ ਲਿਆਏ ਸਨ। ਇਹ ਸਭ ਸੋਚਦਿਆਂ ਮੈਂ ਵੀ ਇਹ ਭੁੱਲ ਗਈ ਸੀ ਕਿ ਮੈਂ ਦਵਾਈ ਲੈਣ ਲਈ ਡੋਰ ਖੋਲ੍ਹੀ ਸੀ। ਪਰ ਇਸ ਮੂਵ ਦੀ ਮਹਿਕ ਬਹੁਤ ਤੇਜ਼ ਸੀ। ਇਸ ਨੂੰ ਸੁੰਘ ਕੇ ਮੈਨੂੰ ਚੱਕਰ ਆਉਣ ਲੱਗੇ। ਮੈਂ ਉਸ ਮੂਵ ਦੀ ਟਿਊਬ ਨੂੰ ਦੂਰ ਰੱਖ ਦਿੱਤਾ ਅਤੇ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਮੂਵ ਹੈ ਜਿਸ ਦੀ ਵੱਖਰੀ ਹੀ ਖੁਸ਼ਬੂ ਹੈ ਅਤੇ ਮੇਰੇ ਕਮਰੇ ਵਿੱਚ ਵੀ ਬਹੁਤ ਸਾਰੀ ਸਮੈਲ ਮੌਜੂਦ ਸੀ।
ਪਰ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ। ਜਦੋਂ ਮੈਂ ਆਪਣੇ ਹੱਥਾਂ ਪੈਰਾਂ ਵੱਲ ਦੇਖਿਆ ਤਾਂ ਦੇਖਿਆ ਕਿ ਮੇਰੇ ਹੱਥਾਂ ਪੈਰਾਂ ਤੇ ਲਾਲ ਰੰਗ ਦੇ ਨਿਸ਼ਾਨਾਂ ਨਾਲ ਸੋਜ ਵੀ ਸੀ ਅਤੇ ਹੱਥਾਂ ਪੈਰਾਂ ਵਿੱਚੋਂ ਮੂਵ ਦੀ ਬਹੁਤ ਤੇਜ਼ ਬਦਬੂ ਆ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ ਕਿ ਮੇਰੇ ਨਾਲ ਇਹ ਸਭ ਕੀ ਹੋ ਰਿਹਾ ਹੈ। ਇਹ ਲਾਲ ਰੰਗ ਮੇਰੇ ਸਰੀਰ ਤੇ ਕਿਵੇਂ ਲੱਗ ਗਿਆ ਅਤੇ ਮੂਵ ਦੇ ਟਿਊਬ ਨੂੰ ਦੇਖ ਕੇ ਇੰਜ ਲੱਗਦਾ ਸੀ ਕਿ ਜਿਵੇਂ ਕਿਸੇ ਨੇ ਇਹਨਾਂ ਦੀ ਵਰਤੋਂ ਕੀਤੀ ਹੋਵੇ ਅਤੇ ਇਹ ਮੇਰੇ ਤੇ ਵੀ ਵਰਤੀ ਗਈ ਹੋਵੇ। ਮੈਂ ਕਮਰੇ ਤੋਂ ਬਾਹਰ ਗਈ ਅਤੇ ਨੋਰਮਲ ਤਰੀਕੇ ਨਾਲ ਵਿਵਹਾਰ ਕਰਨ ਲੱਗੀ। ਇਸ ਤੋਂ ਬਾਅਦ ਮੈਂ ਰਸੋਈ ਵਿੱਚ ਜਾ ਕੇ ਨਾਸ਼ਤਾ ਤਿਆਰ ਕੀਤਾ ਅਤੇ ਫਿਰ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਦਿਨ ਬੀਤ ਗਿਆ। ਪਰ ਮੈਂ ਬਹੁਤ ਤਣਾਅ ਮਹਿਸੂਸ ਕਰ ਰਹੀ ਸੀ ਅਤੇ ਮੈਂ ਸੋਚਿਆ ਕਿ ਸ਼ਾਇਦ ਅੱਜ ਰਾਤ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਣਾ, ਪਰ ਮੈਂ ਗਲਤ ਸਾਬਤ ਹੋਈ। ਅਗਲੇ ਦਿਨ ਸਵੇਰੇ ਉੱਠਦਿਆਂ ਹੀ ਮੇਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਸਨ ਅਤੇ ਅੱਜ ਮੇਰੇ ਸਾਰੇ ਸਰੀਰ ਤੇ ਸੋਜ ਵੀ ਸੀ। ਇਹ ਸਭ ਦੇਖ ਕੇ ਮੈਂ ਉੱਚੀ ਉੱਚੀ ਚੀਕਣ ਲੱਗੀ। ਮੇਰੀਆਂ ਚੀਕਾਂ ਸਾਰੇ ਘਰ ਵਿੱਚ ਗੂੰਜ ਰਹੀਆਂ ਸਨ। ਮੇਰਾ ਰੋਲਾ ਸੁਣ ਕੇ ਮੇਰੀ ਜਠਾਣੀ ਅਤੇ ਸਿੰਨੂ ਵੀ ਮੇਰੇ ਕਮਰੇ ਵਿੱਚ ਆ ਗਈਆਂ। ਮੇਰੇ ਸਰੀਰ ਤੇ ਅਜੇ ਲਾਲ ਰੰਗ ਦੇ ਨਿਸ਼ਾਨ ਅਤੇ ਸੋਜ ਦੇਖ ਕੇ ਉਹ ਹੈਰਾਨ ਰਹਿ ਗਈ ਅਤੇ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗੀ। ਮੇਰੀ ਜਠਾਣੀ ਪੁੱਛਣ ਲੱਗੀ, ਤੈਨੂੰ ਕੀ ਹੋਇਆ? ਇਹ ਲਾਲ ਲਾਲ ਨਿਸ਼ਾਨ ਕਿਵੇਂ ਲੱਗੇ ਹੋਏ ਹਨ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਮੈਂ ਹਿੰਮਤ ਇਕੱਠੀ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਇਹ ਸਭ ਕਿਵੇਂ ਹੋਇਆ ਅਤੇ ਇਹ ਕਿੰਨੇ ਸਮੇਂ ਤੋਂ ਹੋ ਰਿਹਾ ਸੀ। ਮੇਰੀ ਜਠਾਣੀ ਅਤੇ ਸਿੰਨੂ ਮੈਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ। ਫਿਰ ਮੇਰੀ ਜਠਾਣੀ ਮੈਨੂੰ ਕਹਿਣ ਲੱਗੀ ਕਿ ਤੂੰ ਰਾਤ ਨੂੰ ਕੁਝ ਖਾਧਾ ਹੋਵੇਗਾ ਜਿਸ ਕਾਰਨ ਤੇਰਾ ਸਰੀਰ ਸੁੱਜ ਗਿਆ ਹੈ ਅਤੇ ਇਹ ਲਿਪਸਟਿਕ ਦੇ ਨਿਸ਼ਾਨ ਹਨ। ਤੁਸੀਂ ਹੀ ਇਸ ਨੂੰ ਆਪਣੇ ਸਰੀਰ ਤੇ ਲਗਾਈ ਹੋਵੇਗੀ ਅਤੇ ਬਿਨਾਂ ਧੋਤੇ ਹੀ ਸੋ ਗਈ ਹੋਵੇਗੀ। ਇਸ ਕਾਰਨ ਤੁਹਾਡੇ ਸਾਰੇ ਕੱਪੜਿਆਂ ਤੇ ਲਿਪਸਟਿਕ ਲੱਗ ਗਈ ਹੈ। ਇਹ ਗੱਲਾਂ ਸੁਣ ਕੇ ਮੈਂ ਹੋਰ ਵੀ ਰੋਣ ਲੱਗ ਪਈ ਅਤੇ ਸੋਚਣ ਲੱਗੀ ਕਿ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਫਿਰ ਕੁਝ ਸਮੇਂ ਬਾਅਦ ਮੈਂ ਕਹਿਣ ਲੱਗੀ, ਮੇਰੇ ਕਮਰੇ ਵਿੱਚ ਕੋਈ ਆਉਂਦਾ ਹੈ ਜਿਸ ਨੇ ਇਹ ਕੀਤਾ ਹੈ। ਮੇਰੀ ਇਹ ਗੱਲ ਸੁਣ ਕੇ ਦੋਵੇਂ ਮਾਂ ਧੀ ਇੱਕ ਦੂਜੇ ਵੱਲ ਦੇਖਣ ਲੱਗ ਪਈਆਂ ਅਤੇ ਕਹਿਣ ਲੱਗੀਆਂ ਕਿ ਇੱਥੇ ਕੋਈ ਨਹੀਂ ਆਉਂਦਾ, ਸਾਰੇ ਆਪਣੇ ਆਪਣੇ ਕੰਮਾਂ ਤੱਕ ਮਤਲਬ ਰੱਖਦੇ ਨੇ, ਤੁਹਾਨੂੰ ਗਲਤਫਹਿਮੀ ਹੋਈ ਹੈ। ਇਹ ਕਹਿ ਕੇ ਉਸਨੇ ਮੈਨੂੰ ਨਹਾਉਣ ਲਈ ਕਿਹਾ ਅਤੇ ਮੈਨੂੰ ਕਿਹਾ ਕਿ ਨਾਸ਼ਤਾ ਕਰਨ ਲਈ ਹੇਠਾਂ ਆ ਜਾਓ, ਉਸ ਤੋਂ ਬਾਅਦ ਗੱਲ ਕਰਾਂਗੇ। ਮੈਂ ਨਹਾ ਕੇ ਫਰੈਸ਼ ਹੋ ਗਈ ਸੀ ਅਤੇ ਕੱਪੜੇ ਵੀ ਬਦਲ ਲਏ ਅਤੇ ਆਪਣਾ ਕਮਰਾ ਸਾਫ਼ ਕਰਕੇ ਬਾਹਰ ਚਲੀ ਗਈ। ਪਰ ਮੇਰਾ ਸਹੁਰਾ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਿਆ। ਉਸਨੇ ਮੈਨੂੰ ਪੁੱਛਿਆ, ਕੀ ਹੋਇਆ ਨੂੰ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ਜੋ ਹੋਇਆ ਸੀ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਕਿਹਾ, ਚਿੰਤਾ ਨਾ ਕਰੋ, ਨਾਸ਼ਤਾ ਕਰੋ। ਨਾਸ਼ਤਾ ਕਰਨ ਤੋਂ ਬਾਅਦ ਮੇਰਾ ਸਹੁਰਾ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ, ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿਆਂਗਾ। ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ। ਉਸ ਤੋਂ ਬਾਅਦ ਮੇਰੀ ਜਠਾਣੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਡਰੋ ਨਾ, ਸਾਡੇ ਘਰ ਅਜਿਹਾ ਕੁਝ ਨਹੀਂ ਹੈ, ਤੁਸੀਂ ਬੇਵਜ੍ਹਾ ਚਿੰਤਾ ਕਰ ਰਹੇ ਹੋ। ਮੇਰੇ ਵਿਆਹ ਨੂੰ 18 ਸਾਲ ਹੋ ਗਏ ਹਨ। ਅੱਜ ਤੱਕ ਮੈਂ ਇੱਥੇ ਅਜਿਹਾ ਕੁਝ ਮਹਿਸੂਸ ਨਹੀਂ ਕੀਤਾ ਅਤੇ ਨਾ ਹੀ ਜੋ ਤੁਹਾਡੇ ਨਾਲ ਹੋ ਰਿਹਾ ਹੈ ਅਜਿਹਾ ਮੇਰੇ ਨਾਲ ਕਦੇ ਹੋਇਆ। ਅਸਲ ਵਿੱਚ ਆਪਣੀ ਸੱਸ ਨਾਲ ਵੀ ਅਜਿਹਾ ਕੁਝ ਨਹੀਂ ਹੋਇਆ, ਤਾਂ ਤੁਹਾਡੇ ਨਾਲ ਇਹ ਕਿਵੇਂ ਹੋ ਸਕਦਾ ਹੈ? ਕੋਈ ਤੁਹਾਡੇ ਕਮਰੇ ਵਿੱਚ ਆਵੇ ਅਤੇ ਤੁਹਾਨੂੰ ਕੁਝ ਪਤਾ ਨਾ ਲੱਗੇ, ਅਜਿਹਾ ਨਹੀਂ ਹੋ ਸਕਦਾ। ਤੁਸੀਂ ਖੁਦ ਹੀ ਲਿਪਸਟਿਕ ਲਗਾ ਰਹੇ ਹੋਵੋਗੇ ਅਤੇ ਸ਼ਾਇਦ ਉਹ ਲਿਪਸਟਿਕ ਤੁਹਾਡੇ ਹੱਥਾਂ ਨਾਲ ਲੱਗ ਜਾਂਦੀ ਹੋਵੇ, ਤੁਹਾਨੂੰ ਪਤਾ ਨਾ ਲੱਗਦਾ ਹੋਵੇ, ਤੁਸੀਂ ਭੁੱਲ ਗਏ ਹੋਵੋਗੇ ਅਤੇ ਸੋ ਗਏ ਹੋਵੋਗੇ। ਇਹ ਸਿਰਫ ਤੇਰਾ ਵਹਿਮ ਹੈ, ਹੋਰ ਕੁਝ ਨਹੀਂ। ਜਠਾਣੀ ਦੀਆਂ ਗੱਲਾਂ ਸੁਣ ਕੇ ਮੈਂ ਉਸ ਵੱਲ ਦੇਖਿਆ ਤੇ ਕਿਹਾ, ਦੀਦੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਮੇਰਾ ਭੁਲੇਖਾ ਹੋ ਸਕਦਾ ਹੈ ਤੇ ਮੈਂ ਇੰਨੀ ਵੱਡੀ ਗੱਲ ਕਿਵੇਂ ਭੁੱਲ ਸਕਦੀ ਹਾਂ? ਇਸ ਤੋਂ ਬਾਅਦ ਜਠਾਣੀ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਕਿਵੇਂ ਸਵੀਕਾਰ ਕਰ ਸਕਦੀ ਹਾਂ, ਕਿਉਂਕਿ ਮੇਰੇ ਨਾਲ ਜੋ ਵਾਪਰਿਆ ਸੀ ਉਹ ਬਹੁਤ ਅਜੀਬ ਗੱਲ ਸੀ। ਪਰ ਮੈਂ ਹੁਣ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਹੁਣ ਜੋ ਵੀ ਕਰਨਾ ਹੈ ਉਹ ਮੈਨੂੰ ਖੁਦ ਹੀ ਕਰਨਾ ਪਵੇਗਾ। ਇਹ ਲੋਕ ਕਦੇ ਵੀ ਮੇਰੀ ਗੱਲ ਨੂੰ ਨਹੀਂ ਸਮਝ ਸਕਦੇ। ਬਹੁਤ ਗੁੱਸਾ ਆ ਰਿਹਾ ਸੀ। ਹੁਣ ਕਿਸੇ ਵੀ ਕੀਮਤ ਤੇ ਮੈਨੂੰ ਸੱਚਾਈ ਦਾ ਪਤਾ ਲਗਾਉਣਾ ਸੀ ਕਿ ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਅਤੇ ਇਹ ਸਭ ਕੌਣ ਕਰ ਰਿਹਾ ਹੈ, ਕੌਣ ਮੈਨੂੰ ਵਾਰ-ਵਾਰ ਪਰੇਸ਼ਾਨ ਕਰਦਾ ਹੈ। ਮੈਂ ਇਸ ਬਾਰੇ ਸੋਚਿਆ ਅਤੇ ਫਿਰ ਡੋਰ ਖੋਲ੍ਹਿਆ ਜਿੱਥੇ ਉਹ ਮੂਵ ਟਿਊਬਾਂ ਅਜੇ ਵੀ ਮੌਜੂਦ ਸਨ। ਇੱਕ ਗੱਲ ਮੇਰੇ ਦਿਮਾਗ ਵਿੱਚ ਆਈ, ਇਹ ਮੂਵ ਉਹੀ ਤਾਂ ਨਹੀਂ ਜਿਸ ਕਾਰਨ ਮੈਂ ਬੇਹੋਸ਼ ਹੋ ਕੇ ਸੋ ਜਾਂਦੀ ਹਾਂ। ਜ਼ਰੂਰ ਇਸ ਮੂਵ ਵਿੱਚ ਕੁਝ ਗੜਬੜ ਹੈ। ਮੈਂ ਨਾ ਤਾਂ ਕੁਝ ਸੋਚ ਸਕਦੀ ਸੀ ਅਤੇ ਨਾ ਹੀ ਸਮਝ ਸਕਦੀ ਸੀ, ਪਰ ਹੁਣ ਭੇਤ ਖੁੱਲ੍ਹਣ ਵਾਲਾ ਸੀ। ਮੈਂ ਤੁਰੰਤ ਮੂਵ ਦੀਆਂ 2 ਟਿਊਬਾਂ ਮੰਗਵਾਈਆਂ ਅਤੇ ਉਹਨਾਂ ਨੂੰ ਮੇਰੇ ਕੋਲ ਮੌਜੂਦ ਟਿਊਬਾਂ ਨਾਲ ਮਿਲਾ ਕੇ ਦੇਖਿਆ। ਦੋਹਾਂ ਵਿੱਚ ਕਾਫੀ ਫਰਕ ਸੀ। ਬਾਜ਼ਾਰ ਤੋਂ ਖਰੀਦੀਆਂ ਮੂਵ ਕੁਝ ਹੋਰ ਸੀ ਅਤੇ ਮੇਰੇ ਕਮਰੇ ਵਿੱਚ ਰੱਖੀ ਮੂਵ ਕੁਝ ਹੋਰ ਸੀ। ਜੋ ਮੂਵ ਦੀਆਂ ਟਿਊਬਾਂ ਮੇਰੇ ਦਰਾਜ ਵਿੱਚ ਸਨ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਅਤੇ ਜੋ ਮੈਂ ਬਾਜ਼ਾਰ ਤੋਂ ਖਰੀਦੀਆਂ ਸਨ ਉਹਨਾਂ ਨੂੰ ਡਰਾ ਵਿੱਚ ਰੱਖ ਦਿੱਤਾ। ਨਾ ਜਾਣੇ ਇਹ ਅਜੀਬ ਹਰਕਤਾਂ ਕੌਣ ਕਰ ਰਿਹਾ ਸੀ। ਮੈਂ ਇਹ ਸਭ ਜਾਣਨਾ ਚਾਹੁੰਦੀ ਸੀ।
ਜਿਵੇਂ ਜਿਵੇਂ ਰਾਤ ਨੇੜੇ ਆ ਰਹੀ ਸੀ, ਮੇਰੀ ਸੱਚਾਈ ਜਾਣਨ ਦੀ ਰੁਚੀ ਹੋਰ ਵੀ ਵੱਧਦੀ ਜਾ ਰਹੀ ਸੀ। ਆਖਰਕਾਰ ਰਾਤ ਹੋ ਗਈ। ਸਾਰਿਆਂ ਨੇ ਇਕੱਠੇ ਖਾਣਾ ਖਾਧਾ ਅਤੇ ਸਾਰੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਕਮਰੇ ਵਿੱਚ ਜਾਂਦੇ ਹੀ ਮੈਂ ਜਾਣ-ਬੁੱਝ ਕੇ ਸੌਣ ਦਾ ਬਹਾਨਾ ਕਰਨ ਲੱਗੀ, ਕਿਉਂਕਿ ਅੱਜ ਮੈਂ ਕਿਸੇ ਵੀ ਕੀਮਤ ਤੇ ਉਸ ਵਿਅਕਤੀ ਦਾ ਪਤਾ ਲਗਾਉਣਾ ਸੀ ਜੋ ਹਰ ਰਾਤ ਮੇਰੇ ਨਾਲ ਅਜਿਹਾ ਕਰ ਰਿਹਾ ਸੀ। ਅੱਜ ਰਾਤ ਮੈਂ ਸੌਣਾ ਨਹੀਂ ਸੀ, ਸਗੋਂ ਜਾਗਦੇ ਰਹਿਣਾ ਸੀ ਅਤੇ ਸਾਰੀ ਸੱਚਾਈ ਦਾ ਪਤਾ ਲਗਾਉਣਾ ਸੀ। ਰਾਤ ਦੇ 12 ਵੱਜ ਚੁੱਕੇ ਸਨ। ਫਿਰ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆ ਗਿਆ ਅਤੇ ਮੈਂ ਚੁੱਪਚਾਪ ਖੁੱਲੀਆਂ ਅੱਖਾਂ ਨਾਲ ਸਭ ਕੁਝ ਦੇਖਦੀ ਰਹੀ। ਜਦੋਂ ਮੇਰਾ ਸਹੁਰਾ ਅੰਦਰ ਆਇਆ ਤਾਂ ਉਹਨਾਂ ਦੇ ਹੱਥ ਵਿੱਚ ਬੈਗ ਸੀ। ਮੈਨੂੰ ਇਹ ਬਹੁਤ ਅਜੀਬ ਲੱਗ ਰਿਹਾ ਸੀ ਕਿ ਉਹ ਇੰਨੇ ਅਜੀਬ ਤਰੀਕੇ ਨਾਲ ਕਮਰੇ ਵਿੱਚ ਆਇਆ ਸੀ। ਆਖਰ ਇਸ ਸਮੇਂ ਉਹਨਾਂ ਦਾ ਮੇਰੇ ਕਮਰੇ ਵਿੱਚ ਕੀ ਕੰਮ ਅਤੇ ਉਹ ਮੇਰੇ ਕਮਰੇ ਵਿੱਚ ਕਿਸ ਮਕਸਦ ਲਈ ਆਏ ਸੀ। ਫਿਰ ਮੈਨੂੰ ਇੱਕ ਹੋਰ ਆਦਮੀ ਦੇ ਬੋਲਣ ਦੀ ਆਵਾਜ਼ ਆਈ। ਮੇਰੇ ਸਹੁਰੇ ਨਾਲ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ। ਜਦੋਂ ਮੈਂ ਕਿਸੇ ਤਰ੍ਹਾਂ ਅੱਖ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਸਹੁਰੇ ਤੋਂ ਇਲਾਵਾ ਇੱਕ ਆਦਮੀ ਵੀ ਕਮਰੇ ਵਿੱਚ ਆਇਆ ਹੋਇਆ ਸੀ, ਜਿਸ ਦੀ ਸ਼ਕਲ ਬੜੀ ਅਜੀਬ ਸੀ। ਉਹ ਕੋਈ ਤਾਂਤਰਿਕ ਬਾਬਾ ਜਾਪਦਾ ਸੀ ਜੋ ਜਾਦੂ ਟੂਣਾ ਕਰਦਾ ਸੀ। ਆਪਣੇ ਕਮਰੇ ਵਿੱਚ ਦੋਹਾਂ ਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਪਰ ਮੈਂ ਆਪਣੇ ਆਪ ਨੂੰ ਕਾਬੂ ਕਰ ਰਹੀ ਸੀ। ਮੇਰੇ ਮਨ ਵਿੱਚ ਅਜੀਬ ਖਿਆਲ ਆ ਰਹੇ ਸੀ। ਉਦੋਂ ਹੀ ਉਹ ਆਦਮੀ ਮੇਰੇ ਸਾਹਮਣੇ ਆ ਕੇ ਬੈਠ ਗਿਆ। ਮੈਂ ਆਪਣੀ ਐਕਟਿੰਗ ਜਾਰੀ ਰੱਖੀ। ਮੈਂ ਇਸ ਤਰ੍ਹਾਂ ਐਕਟਿੰਗ ਕਰ ਰਹੀ ਸੀ ਜਿਵੇਂ ਮੈਂ ਬਹੁਤ ਗੂੜੀ ਨੀਂਦ ਵਿੱਚ ਸੋ ਰਹੀ ਹਾਂ। ਮੇਰੀਆਂ ਅੱਖਾਂ ਬੰਦ ਸੀ ਅਤੇ ਉਸਨੇ ਮੇਰੇ ਸਹੁਰੇ ਨੂੰ ਕੁਝ ਕਿਹਾ ਅਤੇ ਮੇਰੇ ਸਹੁਰੇ ਨੇ ਉਸ ਦੀ ਗੱਲ ਮੰਨ ਲਈ ਅਤੇ ਮੇਰੇ ਕੋਲ ਆ ਕੇ ਬੈਠ ਗਏ। ਮੂਵ ਕੱਢ ਕੇ ਮੇਰੇ ਪੈਰਾਂ ਤੇ ਲਗਾਉਣ ਲੱਗੇ। ਸ਼ਾਇਦ ਉਹ ਉਹੀ ਮੂਵ ਲਗਾ ਰਹੇ ਸੀ ਜੋ ਮੈਂ ਰੱਖੀ ਸੀ। ਕੁਝ ਸਮੇਂ ਬਾਅਦ ਮੇਰਾ ਸਹੁਰਾ ਹੌਲੀ-ਹੌਲੀ ਮੇਰੇ ਸਾਰੇ ਸਰੀਰ ਤੇ ਮੂਵ ਮੱਲਣ ਲੱਗੇ। ਮੈਨੂੰ ਮੂਵ ਦੀ ਸਮੈਲ ਆ ਰਹੀ ਸੀ। ਇਹ ਸਭ ਕੁਝ ਮੈਂ ਮਹਿਸੂਸ ਕਰ ਰਹੀ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਉੱਠ ਕੇ ਮੇਰੇ ਸਹੁਰੇ ਦੇ ਥੱਪੜ ਮਾਰਾਂ, ਕਿਉਂਕਿ ਉਹ ਮੇਰੀ ਸਾੜੀ ਦੇ ਅੰਦਰ ਹੱਥ ਪਾ ਕੇ ਮੇਰੇ ਸਾਰੇ ਸਰੀਰ ਤੇ ਮੂਵ ਮੱਲ ਰਿਹਾ ਸੀ। ਮੈਨੂੰ ਲੱਗਾ ਜਿਵੇਂ ਉੱਚੀ-ਉੱਚੀ ਚੀਕਾਂ ਮਾਰ ਕੇ ਘਰ ਦੇ ਸਾਰੇ ਲੋਕਾਂ ਨੂੰ ਕਹਾਂ ਕਿ ਇਹ ਲੋਕ ਮੇਰੇ ਨਾਲ ਕੀ ਕਰ ਰਹੇ ਹਨ ਅਤੇ ਇਹ ਕਿਉਂ ਕਰ ਰਹੇ ਹਨ, ਪਰ ਮੈਂ ਫਿਲਹਾਲ ਅਜਿਹਾ ਕੁਝ ਨਹੀਂ ਕਰ ਸਕਦੀ ਸੀ। ਫਿਰ ਉਹ ਆਦਮੀ ਕਹਿਣ ਲੱਗਿਆ ਕਿ ਇਹ ਹੁਣ ਇਸ ਮੂਵ ਨਾਲ ਬੇਹੋਸ਼ ਹੋ ਗਈ ਹੈ, ਕਿਉਂਕਿ ਇਹ ਕੋਈ ਮੂਵ ਨਹੀਂ ਬਲਕਿ ਇੱਕ ਦਵਾਈ ਹੈ ਜਿਸ ਵਿੱਚ ਅਸੀਂ ਕੁਝ ਅਜਿਹੇ ਤੱਤ ਸ਼ਾਮਿਲ ਕੀਤੇ ਹਨ। ਜਦੋਂ ਇਹ ਦਵਾਈ ਉਸਦੇ ਸਰੀਰ ਤੇ ਲਾਈ ਜਾਂਦੀ ਹੈ ਤਾਂ ਇਸ ਦੀ ਬਦਬੂ ਉਸਦੇ ਨੱਕ ਤੱਕ ਪਹੁੰਚ ਜਾਂਦੀ ਹੈ ਅਤੇ ਉਹ ਬੇਹੋਸ਼ ਹੋ ਜਾਂਦੀ ਹੈ ਅਤੇ ਇਸ ਦਵਾਈ ਨੂੰ ਇਸਦੇ ਪੂਰੇ ਸਰੀਰ ਤੇ ਲਗਾਉਣ ਨਾਲ ਇਸਦਾ ਪੂਰਾ ਸਰੀਰ ਸੁੰਨ ਹੋ ਜਾਵੇਗਾ ਅਤੇ ਇਹ ਕੁਝ ਮਹਿਸੂਸ ਨਹੀਂ ਕਰ ਸਕੇਗੀ। ਅਸੀਂ ਇਸ ਨੂੰ ਸੁੰਘ ਨਹੀਂ ਸਕਦੇ ਕਿਉਂਕਿ ਅਸੀਂ ਨੱਕ ਵਿੱਚ ਰੂੰ ਪਾਈ ਹੋਈ ਹੈ। ਸਾਰਾ ਅਸਰ ਇਸ ਕੁੜੀ ਨੂੰ ਹੀ ਹੋਵੇਗਾ। ਉਸ ਆਦਮੀ ਦੀ ਗੱਲ ਸੁਣ ਕੇ ਮੈਂ ਸਮਝ ਗਈ ਕਿ ਇਸੇ ਲਈ ਮੈਂ ਬੇਹੋਸ਼ ਹੋ ਜਾਂਦੀ ਸੀ ਅਤੇ ਕੁਝ ਮਹਿਸੂਸ ਨਹੀਂ ਹੁੰਦਾ ਸੀ। ਕੁਝ ਦੇਰ ਬਾਅਦ ਉਸ ਆਦਮੀ ਨੇ ਕੁਝ ਮੰਤਰਾਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਤੇ ਫੂਕ ਮਾਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸ ਵਿਅਕਤੀ ਨੇ ਮੇਰੇ ਸਹੁਰੇ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਫਿਰ ਉਸ ਦੀ ਗੱਲ ਸੁਣ ਕੇ ਮੇਰਾ ਸਹੁਰਾ ਕਮਰੇ ਤੋਂ ਬਾਹਰ ਚਲੇ ਗਏ। ਮੈਂ ਬਹੁਤ ਡਰੀ ਹੋਈ ਸੀ ਕਿ ਇਹ ਆਦਮੀ ਹੁਣ ਮੇਰੇ ਨਾਲ ਕੀ ਕਰੇਗਾ। ਉਹ ਆਦਮੀ ਮੇਰੇ ਸਾਰੇ ਸਰੀਰ ਤੇ ਹੱਥ ਫੇਰ ਰਿਹਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਲੇਟੀ ਰਹੀ। ਉਹ ਮੇਰੇ ਸਰੀਰ ਤੇ ਹੱਥ ਫੇਰ ਰਿਹਾ ਸੀ। ਪਤਾ ਨਹੀਂ ਉਹ ਕੀ ਕਰ ਰਿਹਾ ਸੀ। ਮੇਰੇ ਤਾਂ ਸਰੀਰ ਵਿੱਚੋਂ ਜਾਨ ਹੀ ਨਿਕਲ ਰਹੀ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਜਦੋਂ ਉਹ ਆਦਮੀ ਮੇਰੇ ਸਰੀਰ ਤੇ ਕੁਝ ਲਗਾਉਣ ਲੱਗਾ, ਇਹ ਥੋੜਾ ਜਿਹਾ ਲਾਲ-ਲਾਲ ਸੀ ਅਤੇ ਇਹ ਮੇਰੇ ਸਰੀਰ ਤੇ ਵੱਖ-ਵੱਖ ਥਾਵਾਂ ਤੇ ਲਗਾ ਰਿਹਾ ਸੀ ਅਤੇ ਇਹ ਸਭ ਕੁਝ ਕਰਨ ਤੋਂ ਬਾਅਦ ਉਸਨੇ ਮੇਰੇ ਸਹੁਰੇ ਨੂੰ ਕਮਰੇ ਵਿੱਚ ਬੁਲਾ ਲਿਆ। ਜਦੋਂ ਮੇਰਾ ਸਹੁਰਾ ਕਮਰੇ ਵਿੱਚ ਆਇਆ ਤਾਂ ਉਹ ਕਹਿਣ ਲੱਗਾ ਕਿ ਸਿਰਫ 2 ਦਿਨ ਬਾਕੀ ਹਨ। ਮੈਨੂੰ ਇੱਥੇ ਇਸ ਤੇ ਇਹੀ ਇਲਾਜ 2 ਦਿਨ ਹੋਰ ਕਰਨਾ ਪਵੇਗਾ। ਇਸ ਤੋਂ ਬਾਅਦ ਤੈਨੂੰ ਪਿਆਰ ਕਰਨ ਲੱਗੇਗੀ। ਉਸ ਆਦਮੀ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਸਰੀਰ ਕੰਬਣ ਲੱਗਾ। ਮੈਨੂੰ ਲੱਗਾ ਜਿਵੇਂ ਮੇਰੀ ਜਾਨ ਨਿਕਲ ਰਹੀ ਹੋਵੇ। ਮੇਰਾ ਦਿਲ ਬੁਰੀ ਤਰ੍ਹਾਂ ਡਰਿਆ ਹੋਇਆ ਸੀ ਕਿ ਆਖਰ ਮੇਰਾ ਸਹੁਰਾ ਹੀ ਮੇਰੇ ਨਾਲ ਇਹ ਸਭ ਕਰਵਾ ਰਿਹਾ ਹੈ। ਇਹ ਸਭ ਸੁਣ ਕੇ ਮੇਰਾ ਸਹੁਰਾ ਉੱਚੀ-ਉੱਚੀ ਹੱਸ ਰਿਹਾ ਸੀ ਅਤੇ ਕਹਿਣ ਲੱਗਿਆ ਕਿ ਮੈਂ ਤਾਂ ਬਸ ਇਹੀ ਚਾਹੁੰਦਾ ਹਾਂ ਕਿ ਮੇਰੀ ਨੂੰ ਮੇਰੇ ਬੇਟੇ ਨੂੰ ਛੱਡ ਕੇ ਮੈਨੂੰ ਪਿਆਰ ਕਰਨ ਲੱਗ ਜਾਵੇ। ਮੈਂ ਇਸ ਕੁੜੀ ਨੂੰ ਬਹੁਤ ਪਿਆਰ ਕਰਦਾ ਹਾਂ। ਇਹ ਕਹਿ ਕੇ ਉਹ ਮੇਰੇ ਕਮਰੇ ਤੋਂ ਚਲੇ ਗਏ, ਪਰ ਮੈਂ ਆਪਣੇ ਆਪ ਤੋਂ ਇੰਨਾ ਡਰੀ ਹੋਈ ਸੀ ਕਿ ਸ਼ਾਇਦ ਮੈਂ ਕਦੇ ਸੁਪਨੇ ਵਿੱਚ ਵੀ ਅਜਿਹਾ ਨਹੀਂ ਸੋਚਿਆ ਸੀ। ਮੈਨੂੰ ਤਾਂ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਹ ਹਕੀਕਤ ਹੈ। ਮੇਰਾ ਸਹੁਰਾ ਮੇਰੇ ਨਾਲ ਅਜਿਹਾ ਵੀ ਕਰ ਸਕਦਾ ਹੈ ਅਤੇ ਮੇਰੇ ਵੱਲ ਇੰਨੀ ਬੁਰੀ ਨਿਗਾਹ ਨਾਲ ਦੇਖ ਸਕਦਾ ਹੈ ਕਿ ਉਹ ਆਪਣੇ ਬੇਟੇ ਦੀ ਪਤਨੀ ਬਾਰੇ ਅਜਿਹਾ ਸੋਚੇ, ਅਤੇ ਮੈਂ ਇਸ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੀ ਸੀ। ਉਹ ਲੋਕ ਮੇਰੇ ਕਮਰੇ ਤੋਂ ਚਲੇ ਗਏ ਸਨ। ਮੈਂ ਉੱਠ ਕੇ ਜਲਦੀ ਨਾਲ ਕਮਰਾ ਅੰਦਰੋਂ ਬੰਦ ਕਰ ਲਿਆ ਅਤੇ ਨਹਾਉਣ ਚਲੀ ਗਈ। ਮੈਂ ਆਪਣੇ ਸਰੀਰ ਦੇ ਸਾਰੇ ਨਿਸ਼ਾਨ ਸਾਫ਼ ਕਰ ਦਿੱਤੇ ਸਨ ਅਤੇ ਸੋਚਣ ਲੱਗੀ ਕਿ ਅੱਗੇ ਕੀ ਕਰਨਾ ਹੈ। ਰਾਤ ਦੇ 2 ਵਜੇ ਦਾ ਸਮਾਂ ਸੀ ਜਦੋਂ ਮੈਂ ਆਪਣੇ ਪਤੀ ਨੂੰ ਫੋਨ ਕੀਤਾ
ਅਤੇ ਸੋਚਣ ਲੱਗੀ ਕਿ ਹੁਣ ਕੀ ਕਰਾਂ। ਸ਼ਾਇਦ ਮੇਰਾ ਪਤੀ ਸੋ ਰਿਹਾ ਸੀ। ਕਈ ਵਾਰ ਕਾਲ ਕਰਨ ਤੋਂ ਬਾਅਦ ਉਸਨੇ ਆਖਰਕਾਰ ਮੇਰਾ ਕਾਲ ਰਿਸੀਵ ਕਰ ਲਿਆ। ਮੈਂ ਰੋਂਦੀ ਆਵਾਜ਼ ਵਿੱਚ ਆਪਣੇ ਪਤੀ ਨਾਲ ਗੱਲ ਕੀਤੀ। ਮੇਰੀ ਆਵਾਜ਼ ਸੁਣ ਕੇ ਉਹ ਡਰ ਗਿਆ ਅਤੇ ਮੇਰੇ ਰੋਣ ਦਾ ਕਾਰਨ ਪੁੱਛਿਆ। ਮੈਂ ਉਸ ਨੂੰ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ, ਮੈਨੂੰ ਨਹੀਂ ਪਤਾ, ਪਰ ਤੁਸੀਂ ਸਵੇਰੇ ਹੀ ਘਰ ਆ ਜਾਓ। ਜੇਕਰ ਤੁਸੀਂ ਸਵੇਰ ਤੱਕ ਘਰ ਨਹੀਂ ਆਏ ਤਾਂ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ। ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਜਦੋਂ ਅਗਲੀ ਸਵੇਰ ਹੋਈ ਤਾਂ ਮੈਂ ਆਪ ਹੀ ਕਮਰੇ ਤੋਂ ਬਾਹਰ ਆ ਗਈ। ਮੇਰਾ ਸਹੁਰਾ ਮੇਰੇ ਸਾਹਮਣੇ ਬੈਠਾ ਟੀਵੀ ਦੇਖ ਰਿਹਾ ਸੀ। ਮੈਨੂੰ ਆਉਂਦਾ ਦੇਖ ਕੇ ਉਸਦੇ ਚਿਹਰੇ ਤੇ ਇੱਕਦਮ ਮੁਸਕਰਾਹਟ ਆ ਗਈ। ਸਵੇਰੇ 9 ਵਜੇ ਮੇਰੇ ਪਤੀ ਘਰ ਆਏ ਅਤੇ ਮੈਨੂੰ ਪੁੱਛਿਆ ਕਿ ਕੀ ਹੋਇਆ, ਤੁਸੀਂ ਮੈਨੂੰ ਅਚਾਨਕ ਘਰ ਕਿਉਂ ਬੁਲਾਇਆ। ਉਸ ਸਮੇਂ ਘਰ ਵਿੱਚ ਸਾਰੇ ਮੌਜੂਦ ਸਨ। ਮੇਰਾ ਪਤੀ ਆਪਣੇ ਸਵਾਲ ਦਾ ਜਵਾਬ ਸੁਣਨ ਲਈ ਬੇਤਾਬ ਸੀ ਅਤੇ ਹਰ ਕੋਈ ਇਹ ਜਾਣਨ ਲਈ ਉਤਾਵਲਾ ਸੀ ਕਿ ਮੇਰਾ ਪਤੀ ਅਚਾਨਕ ਘਰ ਕਿਵੇਂ ਆ ਗਿਆ ਅਤੇ ਅਜਿਹਾ ਕੀ ਹੋਇਆ ਕਿ ਮੈਂ ਆਪਣੇ ਪਤੀ ਨੂੰ ਇੱਥੇ ਬੁਲਾਇਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਪਣੇ ਸਹੁਰੇ ਬਾਰੇ ਸਭ ਨੂੰ ਕਿਵੇਂ ਦੱਸਾਂ, ਪਰ ਮੈਂ ਬੜੀ ਹਿੰਮਤ ਨਾਲ ਸਭ ਕੁਝ ਦੱਸ ਦਿੱਤਾ। ਮੇਰੀਆਂ ਗੱਲਾਂ ਤੇ ਇਹ ਰਾਜ਼ ਸੁਣ ਕੇ ਮੇਰੇ ਸਹੁਰੇ ਦਾ ਮੂੰਹ ਉਤਰ ਗਿਆ ਸੀ। ਉਸਦੇ ਚਿਹਰੇ ਦੇ ਹਾਵ ਭਾਵ ਬਦਲਣ ਲੱਗੇ, ਪਰ ਇਹ ਸੁਣ ਕੇ ਮੇਰੇ ਪਤੀ ਨੇ ਸਾਰਿਆਂ ਦੇ ਸਾਹਮਣੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ। ਇਹ ਸੁਣ ਕੇ ਉਹ ਗੁੱਸੇ ਵਿੱਚ ਆ ਗਏ ਅਤੇ ਮੈਨੂੰ ਪਤਾ ਸੀ ਕਿ ਮੇਰੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰੇਗਾ। ਮੇਰੇ ਸਹੁਰੇ ਨੇ ਕਿਹਾ, ਤੇਰੀ ਪਤਨੀ ਮੇਰੇ ਤੇ ਕਿਹੋ ਜਿਹਾ ਇਲਜ਼ਾਮ ਲਗਾ ਰਹੀ ਹੈ। ਮੇਰਾ ਪਤੀ ਮੇਰਾ ਹੱਥ ਫੜ ਕੇ ਮੈਨੂੰ ਘਰੋਂ ਬਾਹਰ ਕੱਢਣ ਲੱਗੇ। ਜਦੋਂ ਮੈਂ ਉਸ ਨੂੰ ਸਬੂਤ ਦਿਖਾਉਣ ਲਈ ਕਿਹਾ ਤੇ ਮੈਂ ਆਪਣਾ ਹੱਥ ਛੁਡਾ ਕੇ ਆਪਣੇ ਕਮਰੇ ਵਿੱਚ ਗਈ ਅਤੇ ਜਲਦੀ ਨਾਲ ਉਸ ਨੂੰ ਉਹ ਕੈਮਰਾ ਦੇ ਦਿੱਤਾ ਜਿਸ ਵਿੱਚ ਸਾਰੀਆਂ ਹਰਕਤਾਂ ਰਿਕਾਰਡ ਕੀਤੀਆਂ ਹੋਈਆਂ ਸਨ, ਜਿਸ ਵਿੱਚ ਮੇਰਾ ਸਹੁਰਾ ਅਤੇ ਉਹ ਆਦਮੀ ਮੇਰੇ ਕਮਰੇ ਵਿੱਚ ਆਏ। ਉਹ ਲੋਕ ਜੋ ਵੀ ਮੇਰੇ ਨਾਲ ਕਰ ਰਹੇ ਸਨ ਸਭ ਕੁਝ ਇਸ ਕੈਮਰੇ 'ਚ ਰਿਕਾਰਡ ਹੋ ਗਿਆ। ਮੇਰਾ ਪਤੀ ਉਹ ਵੀਡੀਓ ਦੇਖਦੇ ਹੀ ਸਦਮੇ ਕਾਰਨ ਹੇਠਾਂ ਡਿੱਗ ਪਿਆ। ਘਰ ਦੇ ਸਾਰੇ ਮੈਂਬਰਾਂ ਨੇ ਉਸ ਵੀਡੀਓ ਨੂੰ ਦੇਖਿਆ ਅਤੇ ਉਸ ਤੋਂ ਬਾਅਦ ਮੇਰਾ ਸਹੁਰਾ ਸਿਰ ਝੁਕਾ ਕੇ ਖੜਾ ਸੀ। ਮੇਰੇ ਸਹੁਰੇ ਨੇ ਮੇਰੇ ਅਤੇ ਮੇਰੇ ਪਤੀ ਦੇ ਪੈਰ ਫੜ ਲਏ ਅਤੇ ਮਾਫੀ ਮੰਗਣ ਲੱਗੇ ਤੇ ਉਸਨੇ ਕਿਹਾ, ਮੈਨੂੰ ਮਾਫ ਕਰ ਦਿਓ। ਮੈਂ ਆਪਣੀ ਨੂੰਹ ਦੀ ਸੁੰਦਰਤਾ ਦੇਖ ਕੇ ਉਸ ਤੇ ਮੋਹਿਤ ਹੋ ਗਿਆ ਸੀ। ਜਿਸ ਦਿਨ ਤੋਂ ਉਸ ਦਾ ਵਿਆਹ ਹੋਇਆ ਸੀ ਮੈਨੂੰ ਇਹ ਬਹੁਤ ਪਸੰਦ ਆਈ ਸੀ। ਇਸ ਲਈ ਮੈਂ ਤਾਂਤਰਿਕ ਬਾਬੇ ਤੋਂ ਇਸ ਤੇ ਜਾਦੂ ਟੂਣਾ ਕਰਵਾ ਰਿਹਾ ਸੀ। ਇਸ ਸਮੇਂ ਜੋ ਵੀ ਹੋਇਆ ਉਹ ਚੰਗਾ ਨਹੀਂ ਸੀ। ਪਰਿਵਾਰ ਦੇ ਸਾਰੇ ਜੀਆਂ ਦੇ ਸਾਹਮਣੇ ਮੇਰੀ ਇੱਜ਼ਤ ਬਰਬਾਦ ਹੋ ਗਈ ਸੀ। ਇੱਕ ਪਾਸੇ ਮੇਰੇ ਪਤੀ ਦੀ ਪਤਨੀ ਸੀ ਅਤੇ ਦੂਜੇ ਪਾਸੇ ਉਸ ਦਾ ਪਿਤਾ ਸੀ। ਮੇਰਾ ਪਤੀ ਬੁਢਾਪੇ ਵਿੱਚ ਆਪਣੇ ਬੁੱਢੇ ਪਿਤਾ ਨੂੰ ਘਰੋਂ ਨਹੀਂ ਕੱਢ ਸਕਦਾ ਸੀ। ਇਸ ਲਈ ਉਹ ਮੈਨੂੰ ਆਪਣੇ ਨਾਲ ਕਿਸੇ ਹੋਰ ਸ਼ਹਿਰ ਲੈ ਗਏ ਜਿੱਥੇ ਉਹ ਕੰਮ ਕਰਦੇ ਸੀ। ਪਰ ਮੇਰੇ ਪਤੀ ਨੇ ਆਪਣੇ ਪਿਤਾ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸਨ। ਇਹ ਸਭ ਕੁਝ ਦੇਖ ਕੇ ਮੇਰੀ ਜਠਾਣੀ ਨੇ ਵੀ ਵੱਖਰਾ ਘਰ ਲੈ ਲਿਆ ਸੀ। ਹੁਣ ਉਸ ਘਰ ਵਿੱਚ ਮੇਰਾ ਸਹੁਰਾ ਇਕੱਲਾ ਰਹਿ ਗਿਆ ਸੀ। ਮੇਰਾ ਸਹੁਰਾ ਹੁਣ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਸੀ ਅਤੇ ਉਹ ਪਛਤਾ ਰਹੇ ਸੀ ਕਿ ਮੈਂ ਅਜਿਹਾ ਕਿਉਂ ਕੀਤਾ। ਮੇਰੇ ਜੇਠ ਜੀ ਉਹਨਾਂ ਨੂੰ ਖਾਣਾ ਦੇਣ ਹੀ ਜਾਂਦੇ ਸੀ, ਹੋਰ ਕੋਈ ਗੱਲ ਵੀ ਨਹੀਂ ਕਰਦੇ ਸੀ ਅਤੇ ਉਸ ਦੇ ਸਾਰੇ ਕੰਮ ਲਈ ਘਰ ਵਿੱਚ ਨੌਕਰ ਰਖਵਾ ਦਿੱਤਾ ਸੀ। ਮੈਂ ਆਪਣੇ ਪਤੀ ਨਾਲ ਦੂਜੇ ਸ਼ਹਿਰ ਵਿੱਚ ਖੁਸ਼ੀ-ਖੁਸ਼ੀ ਰਹਿੰਦੀ ਹਾਂ, ਪਰ ਅੱਜ ਵੀ ਮੈਨੂੰ ਆਪਣੇ ਸਹੁਰੇ ਦੀ ਇਸ ਗੰਦੀ ਹਰਕਤ ਦਾ ਪਛਤਾਵਾ ਹੈ। ਸਗੋਂ ਉਹ ਕੋਈ ਮੂਵ ਨਹੀਂ ਹੁੰਦਾ ਸੀ, ਸਗੋਂ ਉਸ ਦੇ ਅੰਦਰ ਕੋਈ ਗਲਤ ਦਵਾਈ ਸੀ ਜੋ ਮੇਰੇ ਸਰੀਰ ਤੇ ਲਗਾਉਣ ਤੋਂ ਬਾਅਦ ਮੇਰਾ ਸਾਰਾ ਸਰੀਰ ਸੁੰਨ ਹੋ ਜਾਂਦਾ ਸੀ ਅਤੇ ਉਹ ਤਾਂਤਰਿਕ ਬਾਬਾ ਮੇਰੇ ਸਰੀਰ ਦੇ ਸਾਰੇ ਅੰਗਾਂ ਤੇ ਲਾਲ ਰੰਗ ਲਗਾ ਦਿੰਦਾ ਸੀ। ਉਸ ਦਵਾਈ ਕਾਰਨ ਮੇਰਾ ਸਰੀਰ ਸੁੱਜ ਜਾਂਦਾ ਸੀ ਅਤੇ ਮੈਨੂੰ ਕੁਝ ਪਤਾ ਨਹੀਂ ਸੀ ਕਿ ਬਾਬਾ ਮੇਰੇ ਨਾਲ ਕੀ ਕਰਦਾ ਹੈ। ਇਹ ਸਭ ਮੇਰੇ ਲਈ ਬਹੁਤ ਡਰਾਉਣਾ ਸੀ। ਮੇਰੇ ਪਤੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਹੁਣ ਉਹ ਮੈਨੂੰ ਕਦੇ ਵੀ ਕਿਸੇ ਕੋਲ ਨਹੀਂ ਛੱਡਣਗੇ ਅਤੇ ਹਮੇਸ਼ਾ ਮੇਰੀ ਦੇਖਭਾਲ ਕਰਨਗੇ। ਹੁਣ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ। ਦੋਸਤੋ, ਤੁਸੀਂ ਹੀ ਦੱਸੋ ਕਿ ਮੇਰੇ ਸਹੁਰੇ ਨੇ ਮੇਰੇ ਨਾਲ ਸਹੀ ਕੀਤਾ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।